पुरख निर्भव निर्वैर अकाल मूरत अजुनी सैभं गुर प्रसाद ज्ञान ध्यान किछ कर्म न जाना सार न जाना तेरी सब ते वड्डा सतगुरु नानक जिन कल राखी मेरी सब ते वड्डा सतगुरु नानक जिन कल राखी मेरी ज्ञान ध्यान किछ कर्म न जाना नाहन निर्मल करनी साध संगत का अंचल लाहो बिखम नदी जाए तरनी साध संगत का अंचल लाहो बिखम नदी जाए तरनी से संयोग करो मेरे प्यारे जित रसना हर नामे उचारे से संयोग करो मेरे प्यारे जित रसना हर नामे उचारे सतनाम वाहेगुरु जी कबीर सिख साखा बहुते कीए केसो कियो न मीत चाले थे हर मिलन को बीचा अटक्यो चीत कबीर सिख साखा बहुते कीए केसो कियो न मीत चाले थे हर मिलन को बीचा अटक्यो चीत वाहिगुरु जी का खालसा वाहिगुरु जी की फतेह। गरीब नवाज धन धन श्री गुरु ग्रंथ साहिब जी की पावन हजूरी में सजी हुई वडभागी साध संगत सतगुरु जी ने अपार बख्शिश की है। इस भाग घड़ी सत्संग की सानू प्राप्त हुई है। भगत कबीर जी की पावन बाणी जो सलोकां के रूप में है, इसकी लड़ीवार विचार असी सरवण कर रहे हैं। कल असी सरवण कर रहे सी कि मन का टिकाओ किसी भी होर थां दे उत्ते नहीं हो सकता। किते भी चले जाइए जे टिकाओ है तो सत्संग दे विच आके ही है। जे मन नूं चैन आउंदा है, शांति आउंदी है, तो केवल सत्संग दे विच आके ही आउंदी है। सो किवें आउंदी है
ਸਤਸੰਗ ਦੇ ਵਿੱਚ ਆਉਣਾ ਚੰਗਾ ਹੈ, ਪਰ ਜੇ ਸਤਸੰਗ ਦੇ ਵਿੱਚ ਆ ਕੇ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤੀ ਨੂੰ ਜੋੜੀਏ, ਇਹ ਅਭਿਆਸ ਕਰੀਏ। ਜੇ ਸਾਡੀ ਸੁਰਤ ਇੱਧਰ ਉੱਧਰ ਤੁਰੀ ਫਿਰਦੀ ਹੈ, ਧਿਆਨ ਸਾਡਾ ਕਿਤੇ ਕਦੀ ਕਿਤੇ ਤੁਰਿਆ ਫਿਰਦਾ ਹੈ, ਦਿਮਾਗ ਦੇ ਵਿੱਚ ਹੋਰ ਹੀ ਗੱਲਾਂ ਆਈ ਜਾਂਦੀਆਂ ਹਨ, ਫਿਰ ਸਤਸੰਗ ਦੇ ਵਿੱਚ ਬੈਠਣ ਦਾ ਵੀ ਕੋਈ ਬਹੁਤਾ ਲਾਹਾ ਨਹੀਂ ਹੁੰਦਾ ਹੈ। ਸੋ ਸੰਗਤ 'ਚ ਬੈਠਣ ਦਾ ਮਤਲਬ ਇਹ ਹੈ, ਕਥਾ ਕੀਰਤਨ ਹੋ ਰਿਹਾ ਹੈ, ਅਸੀਂ ਸਾਰੇ ਪਾਸਿਆਂ ਤੋਂ ਹੀ ਆਪਣੇ ਮਨ ਨੂੰ ਮੋੜ ਕੇ ਜਿੰਨਾ ਚਿਰ ਕੀਰਤਨ ਅਤੇ ਕਥਾ ਸਰਵਣ ਕਰ ਰਹੇ ਹਾਂ, ਉਹਨਾਂ ਚਿਰ ਆਪਣੇ ਮਨ ਨੂੰ ਕੇਵਲ ਗੁਰੂ ਦੇ ਸ਼ਬਦ ਦੇ ਨੇੜੇ ਰੱਖੀਏ। ਫਿਰ ਇਹਨੂੰ ਟਿਕਾਓ ਆਵੇਗਾ, ਚੈਨ ਆਵੇਗਾ। ਜਿਵੇਂ ਜਿਵੇਂ ਟਿਕੇਗਾ, ਇਹ ਸ਼ਬਦ ਦਾ ਰਸ ਮਾਨਣ ਲੱਗ ਪਵੇਗਾ। ਮਹਾਰਾਜ ਦਾ ਵਚਨ ਹੈ, ਜਿਚਰੇ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ, ਸ਼ਬਦ ਹੈ ਸਾਧਨਾ ਆਵੇ, ਨਾਮ ਨਾ ਲੱਗਿਆ ਪਿਆਰ। ਜਿੰਨਾ ਚਿਰ ਮਨ ਦੇ ਵਿੱਚ ਲਹਿਰਾਂ ਉੱਠ ਰਹੀਆਂ ਹਨ, ਸ਼ਬਦ ਦੇ ਵਿੱਚ ਜੁੜਿਆ ਹੀ ਨਹੀਂ, ਔਰ ਅੰਦਰ ਨਾਲ ਹਉਮੈ ਵੀ ਹੈ, ਹੰਕਾਰ ਹੈ ਕਿ ਮੈਂ ਬੈਠਾ ਹਾਂ ਗੁਰੂ ਦੇ ਕੋਲ, ਮੈਂ ਹੀ ਬੈਠਾ ਹਾਂ, ਮੇਰੇ ਵਰਗਾ ਕੋਈ ਨਹੀਂ ਹੈ। ਜੇ ਐਸ ਭਾਵਨਾ ਦੇ ਨਾਲ ਬੈਠਾ ਹੋਇਆ ਤੇ ਅੰਦਰ ਤਰ੍ਹਾਂ ਤਰ੍ਹਾਂ ਦੇ ਵਿਚਾਰ ਚੱਲ ਰਹੇ ਹਨ, ਤਾਂ ਅਜਿਹਾ ਇਨਸਾਨ ਵੀ ਸੰਗਤ 'ਚੋਂ ਆ ਕੇ ਲਾਹਾ ਨਹੀਂ ਲੈ ਸਕਦਾ। ਸੋ ਸ਼ਬਦ ਦਾ ਸਵਾਦ ਹੀ ਨਹੀਂ ਆਵੇਗਾ। ਇੱਥੇ ਆਉਂਦੇ ਕਾਹਦੇ ਵਾਸਤੇ ਹਾਂ ਅਸੀਂ? ਸ਼ਬਦ ਦਾ ਰਸ ਲੈਣ ਵਾਸਤੇ। ਜੇ ਸ਼ਬਦ ਦਾ ਰਸ ਹੀ ਨਾ ਆਇਆ, ਫਿਰ ਸਮਝ ਲਓ ਕਿ ਅਸੀਂ ਜਿਵੇਂ ਕੋਈ ਮਸ਼ੀਨ ਚੱਲਦੀ ਹੈ, ਟੇਪ ਰਿਕਾਰਡਰ ਚੱਲਦਾ ਹੈ, ਟੈਲੀਵਿਜ਼ਨ ਚੱਲਦਾ ਹੈ, ਭਾਵੇਂ ਤੇ ਕੀਰਤਨ ਹੁੰਦਾ ਹੋਵੇ, ਕਥਾ ਆਉਂਦੀ ਹੋਵੇ, ਉਹਦੇ ਉੱਤੇ ਕੋਈ ਅਸਰ ਨਹੀਂ ਹੈ, ਉਹਨੂੰ ਕੋਈ ਰਸ ਨਹੀਂ ਆ ਰਿਹਾ। ਇਸੇ ਤਰ੍ਹਾਂ ਦੀ ਹਾਲਤ ਸਾਡੀ ਹੋ ਜਾਏਗੀ। ਸੋ ਪਤਾ ਉਦੋਂ ਲੱਗਦਾ ਹੈ, ਕਈ ਵਾਰੀ ਬੰਦਾ ਮੰਨਦਾ ਨਹੀਂ ਹੈ, ਸਮਝ ਨਹੀਂ ਆਉਂਦੀ ਹੈ ਇਨਸਾਨ ਨੂੰ। ਗੁਰੂ ਤਾਂ ਵਾਰ-ਵਾਰ ਉਪਦੇਸ਼ ਦੇ ਰਿਹਾ ਹੈ, ਪਰ ਇਨਸਾਨ ਸਮਝਦਾ ਨਹੀਂ। ਪਤਾ ਉਦੋਂ ਲੱਗਦਾ ਹੈ ਜਦੋਂ ਗੁਰੂ ਸ਼ਬਦ ਦਾ ਰਸ ਨਾ ਹੋਣ ਕਰਕੇ ਫਿਰ ਉਦਾਸੀ ਹੁੰਦੀ ਹੈ, ਸੋਚਦਾ ਹੈ ਕਿ ਇਹ ਸਮਾਂ ਵੀ ਲਾਇਆ ਇਸ ਪਾਸੇ, ਖੱਟਿਆ ਵੀ ਕੁਛ ਨਹੀਂ ਹੈ। ਅੱਜ ਬਖਸ਼ਿਸ਼ ਕਰ ਰਹੇ ਹਨ ਕਬੀਰ ਜੀ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਸਿੱਖ ਸਾਖਾ, ਸਾਖਾ ਕਹਿਣਾ, ਸਾਖਾ ਨਹੀਂ ਕਹਿਣਾ ਹੈ। ਸਾਖਾ ਚੇਲੇ, ਚੇਲੇ ਚਾਟੜੇ। ਕਈ ਵਾਰੀ ਇਨਸਾਨ ਦੇ ਮਨ ਵਿੱਚ ਆਉਂਦੀ ਹੈ, ਜਿਵੇਂ ਪੰਛੀਆਂ ਨੂੰ ਆਕਾਸ਼ ਵਿੱਚ ਉੱਡਦਿਆਂ ਹੋਇਆਂ ਵੇਖ ਕੇ ਕੀੜਿਆਂ ਨੂੰ ਰੀਸ ਆ ਜਾਵੇ ਕਿ ਚਲੋ ਆਪਾਂ ਵੀ ਆਕਾਸ਼ ਵਿੱਚ ਸ਼ਿਕਾਰੀ ਮਾਰਦੇ ਹਾਂ। ਪਰ ਕੀੜੇ ਪੰਛੀਆਂ ਦੀ ਰੀਸ ਨਹੀਂ ਕਰ ਸਕਦੇ। ਕਈ ਵਾਰੀ ਇਨਸਾਨ ਰੱਬ ਦੇ ਲੜ ਲੱਗਿਆਂ ਹੋਇਆਂ ਵੱਲ ਵੇਖ ਕੇ ਮਨ ਵਿੱਚ ਖਿੱਚ ਤਾਂ ਆਉਂਦੀ ਹੈ ਕਿ ਮੈਂ ਵੀ ਕਰਾਂ ਕੁਛ, ਪਰ ਬਰਸਾਤੀ ਕੀੜਿਆਂ ਵਾਂਗ ਛੇਤੀ ਥੱਲੇ ਡਿੱਗ ਪੈਂਦਾ ਹੈ। ਸੋ ਰਸ ਨਹੀਂ ਆਇਆ, ਯਤਨ ਕੀਤਾ, ਪਰ ਉੱਥੋਂ ਤੱਕ ਪਹੁੰਚ ਹੀ ਨਹੀਂ ਹੋ ਸਕੀ। ਇਸੇ ਤਰ੍ਹਾਂ ਹੀ ਬਹੁਤ ਸਾਰੇ ਲੋਕ ਇਸ ਪਾਸੇ ਨੂੰ ਲੱਗਦੇ ਹਨ।
जिन जिन तनक सिद्ध को पायो तिन तिन अपना राह चलायो। जे किते आउंदा रहा गुरु की संगत 4-10 दिन आया, नाम का रस आउण लगा, जो नाम का रस आवे, गुरु शब्द का रस आवे, मन होर एकाग्र हुंदा है। ते एकाग्र मन, जिन्ना मन एकाग्र होवेगा उन्ना ही ताकतवर होएगा। जिन्हों लोग करामाती शक्तियां कहते हैं, ये असल करामाती शक्तियां कोई बाहर ही नहीं हैं, मन दियां ही शक्तियां हैं। जदों एकाग्र हो जाता है, बहुत शक्तिशाली हो जाता है, जो चाहे कर सकता है। तो जदों यह बिखरिया होया हुंदा है, बहुत कमजोर हुंदा है। बस साधना सारी ही गुरमति मन नूं एकाग्र करने दे वास्ते है। सो चल तां पए धर्म दे मार्ग दे उत्ते, पर होया कि विचे ही मन अट गया, चेले बनाने शुरू कर दिते। आम तौर पर अजिहा वापरदा है, जिहड़ा ही थोड़े जे इस पासे नूं अगे वधदा है, तो कुदरती तौर पर उस वाल लोगों की, आम लोगों की खिच हो जाती है। खिच किस करके होंदी है? ये बड़ा रब दा भगत है, तो ये तो जो कहता है वह पूरा हो जाता है। ये साडे कारज सवार सकता, सानू दुख दे विचों कलेश चों कढ सकता है। संसारी लोग तो इस वास्ते आउंदे हन, आके मत्थे टेकने शुरू हो गए। उन्हें इस पासे ध्यान नहीं दिता, उन्हें क्या चलो वधिया काम बन गया है, अज तो थोड़ा जिहा ही कीता सी ते इत्थों तक पहुँच गए। फिर होर वड्डा डेरा बनाउंदा है, होर वड्डा डेरा बनाउंदा, होर चेले चाकड़े होर वधदे जांदे, उन्हां दे राही होर लोकां नूं नेड़े लिआउंदा है। इंज घर भी छड्डिया, परिवार भी छड्डिया, ते फिर एक वड्डे घर दे विच फस गया। छोटे परिवार नूं छड्ड के चेलियां दे वड्डे परिवार च फस गया। पहलां 4 जीआं दी रोटी का फिक्र सी, हुण 50 का फिक्र पै गया। हटिया कुछ नहीं। चल इत्थे हर मिलन कहो, बीचे अट क्यों जीत। तुरिया ते सी कि मैं रब नूं मिलांगा, पर चित राह ही अट गया। इसे नूं ही धर्म कर्म समझी बैठा है, इसे नूं ही धर्म मान लिया सी। संसार दे विच अजिहियां लोकां दी बहुत भरमार है। अजिहे लोग थां थां ते मिलते हैं। गुरु महाराज ने देखो गुरबाणी दे विच इह गल स्पष्ट कर दिती है कि जे तूं रब की पूजा कराउण दी थां अपनी पूजा कराउण लग पिया तो तेरे पल्ले कख नहीं रह जाना। तैनूं मत्था टेकण वालियां ने, दुनियावी लोगों ने, अपनी कामनावां पूरियां करने वाले ने तेरे को सब कुछ ही खिंच के ला जाना है। और इत्थों तक कि बहुत ही किते उच्ची अवस्था होवे, सवास सवास सिमरन दे विच जुड़िया होवे, फिर वो अरदास कर देवे किते किसी दी, भाई इनू महाराज ये दुखी बड़ा है, ये परिवार च बड़ा कष्ट है, ये कृपा करके दूर कर दो, तो शायद वो बचिया रह सकता है। यदि गरीबी नूं दूर कर दो, नहीं तो जिहदी अरदास करेगा उहदा कष्ट, उहदी गरीबी अपने सिर ते लैनी पवेगी। अपने आप को भुगतना पेगा सारा कुछ। सो इस करके ये संसार दे जो वापर रहा, दास ने देखा संत गुरमुख सिंह जी जिन्होंने गुरमुख कालज बनाया है, अजे होर भी महात्मा हुए हैं, ये नहीं कि कल यही सन। इन्होंने देख लो कोई चेला नहीं बनाया।
ਜਿਵੇਂ ਡੇਰਿਆਂ ਦੀਆਂ ਗੱਦੀਆਂ ਚੱਲਦੀਆਂ ਹਨ, ਇੱਥੋਂ ਦੇ ਮੁਖੀ ਵੀ ਰਹੇ ਹਨ, ਸੰਗਤਾਂ ਬੜਾ ਸਤਿਕਾਰ ਕਰਦੀਆਂ ਸਨ, ਲੇਕਿਨ ਉਹਨਾਂ ਨੇ ਇਹ ਇੱਥੇ ਵੀ ਡੇਰਾ ਵੀ ਜਿਹੜਾ ਬਣਿਆ ਇਹ ਵੀ ਕਮੇਟੀ ਦੇ ਹਵਾਲੇ ਕਰਦਾ। ਕਹਿੰਦੇ ਨਾ ਭਾਈ, ਮੈਂ ਤਾਂ ਘਰ ਛੱਡਿਆ, 80 ਕਿੱਲੇ ਜ਼ਮੀਨ ਛੱਡੀ ਹੈ ਆਪਣੀ, ਛੱਡ ਕੇ ਰੱਬ ਵਾਲੇ ਪਾਸੇ ਆਇਆ ਹਾਂ, ਤੇ ਜੇ ਮੈਂ ਇੱਥੇ ਆ ਕੇ ਫਿਰ ਜ਼ਮੀਨਾਂ ਦੇ ਮੱਲਾਂ ਮਾਰਨ ਲੱਗ ਪਿਆ, ਮੈਨੂੰ ਘਰ ਛੱਡਣ ਦਾ ਕੀ ਫਾਇਦਾ ਹੋਇਆ। ਹੈਨ ਵਿਰਲੇ ਨਾਹੀ ਕਣੇ, ਹੈਲ ਪਕੜ ਸੰਸਾਰ। ਕਿਤੇ ਕਿਤੇ ਕੋਈ ਵਿਰਲਾ ਦਿਸਦਾ ਹੈ, ਇਕੱਲੇ ਹੀ ਗਏ ਜਿੱਥੇ ਵੀ ਗਏ। ਦੇਖ ਲਓ, ਜੇ ਉਹ ਬਣਾਉਣਾ ਚਾਹੁੰਦੇ ਚੇਲੇ ਤਾਂ ਬੇਅੰਤ ਚੇਲੇ ਬਣ ਸਕਦੇ ਹਨ, ਕੋਈ ਇਹ ਤਾਂ ਨਹੀਂ ਇਸੇ ਡੇਰੇ ਨੂੰ ਜਿੰਨਾ ਮਰਜ਼ੀ ਵੱਡਾ ਕਰ ਸਕਦੇ ਸੀ, ਪਰ ਨਹੀਂ, ਲਗਾਓ ਨਹੀਂ ਹੈ। ਲਗਾਓ ਕੇਵਲ ਇਹ ਹੈ ਕਿ ਪਰਉਪਕਾਰ ਕਰਨਾ ਹੈ, ਸੰਸਾਰ ਵਿੱਚ ਵਿਚਰ ਕੇ ਪਰਉਪਕਾਰ ਕਰਨਾ। ਪਰਉਪਕਾਰ ਕੀਤਾ ਉਹਨਾਂ ਨੇ। ਸੋ ਇੱਥੇ ਕਬੀਰ ਜੀ ਨੇ ਇਹ ਗੱਲ ਸਮਝਾਈ ਹੈ ਕਿ ਸਾਵਧਾਨ ਰਹਿਣਾ ਹੈ। ਗੁਰਸਿੱਖਾਂ ਨੇ ਵੀ ਸਾਵਧਾਨ ਰਹਿਣਾ ਹੈ ਕਿ ਅਜਿਹੇ ਬਾਬਿਆਂ ਦੇ ਚੁਗਲ ਦੇ ਵਿੱਚ ਨਹੀਂ ਫਸਣਾ। ਤੇ ਦੂਸਰਾ ਇਹ ਹੈ ਕਿ ਰੀਸ ਨਹੀਂ ਕਰਨੀ ਹੈ ਕਿਸੇ ਦੀ। ਮਹਾਰਾਜ ਨੇ ਬੜਾ ਸੋਹਣਾ ਇੱਕ ਸ਼ਬਦ ਵਰਤਿਆ ਹੈ, ਗੱਲੀਆਂ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੋ ਕੁਸਦਾ ਕਾਲੀਆਂ ਬਾਹਰ ਚਿਕਵੀਆਂ, ਰੀਸਾਂ ਕਰਹਿ ਤਨਾੜੀਆਂ ਸੇਵਹਿ ਦਰ ਖੜੀਆਂ। ਰੀਸਾਂ ਉਹਨਾਂ ਦੀਆਂ ਕਰਨ ਲੱਗ ਪਈ ਹੈ ਜਿਹੜੇ ਹਰ ਵੇਲੇ ਰੱਬ ਦੇ ਦਰ ਤੇ ਹਾਜ਼ਰ ਰਹਿੰਦੇ ਹਨ। ਤਾਂ ਰੀਸ ਕੀਤਿਆਂ ਕੁਛ ਨਹੀਂ ਬਣਦਾ ਹੈ। ਸੋ ਜਿੱਥੇ ਆਪ ਅਜਿਹੀਆਂ ਗੱਲਾਂ ਤੋਂ ਬਚਣਾ ਹੈ, ਗੁਰਸਿੱਖ ਨੇ ਇਸ ਦੇ ਨਾਲ ਹੀ ਇਹ ਵੀ ਸਾਵਧਾਨ ਰਹਿਣਾ ਹੈ ਕਿ ਅਜਿਹੇ ਬਣੇ ਹੋਏ ਜਿਹੜੇ ਮਹਾਤਮਾ ਹਨ, ਇਹਨਾਂ ਤੋਂ ਵੀ ਸਾਵਧਾਨ ਰਹਿਣਾ ਹੈ। ਆਪ ਕਰੇ ਅਰਦਾਸ। ਗੁਰਸਿੱਖ ਨੂੰ ਚਾਹੀਦਾ ਹੈ ਆਪ ਅਰਦਾਸ ਕਰੇ, ਵਿੱਚ ਵਿਚੋਲਾ ਨਾ ਲਿਆਓ। ਇਹੀ ਸਾਡੀ ਭੁੱਲ ਹੈ। ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਜਦੋਂ ਗੁਰਸਿੱਖ ਨੂੰ ਵਾਹਿਗੁਰੂ ਜੀ ਕਾ ਖਾਲਸਾ ਬਣਾ ਦਿੱਤਾ ਹੈ ਤਾਂ ਵਿੱਚ ਵਿਚੋਲਾ ਕਿਹੜਾ ਹੈ ਦੱਸੋ? ਤੁਸੀਂ ਗੁਰੂ ਦੇ ਸਨਮੁਖ, ਗੁਰੂ ਗ੍ਰੰਥ ਸਾਹਿਬ ਸਨਮੁਖ ਹੋ ਕੇ ਆਪ ਅਰਦਾਸ ਕਰੋ। ਸੰਗਤੀ ਅਰਦਾਸ ਜਿਹੜੀ ਸਾਰਿਆਂ ਦੇ ਭਲੇ ਦਿੰਦੀ ਹੈ। ਇਹੀ ਕਾਰਨ ਹੈ ਕਿ ਇੱਥੇ ਅਸੀਂ ਕਿਸੇ ਦੀ ਵਿਸ਼ੇਸ਼ ਅਰਦਾਸ ਨਹੀਂ ਕਰਦੇ ਸੰਗਤ ਵਿੱਚ ਕਿ ਮਹਾਰਾਜ ਦਾ ਦੁੱਖ ਦੂਰ ਕਰ ਦਿਓ, ਇਹਦਾ ਕਾਰਜ ਸਵਾਰ ਦਿਓ। ਜੇ ਕਿਤੇ ਕੋਈ ਬੱਚਾ ਕਰ ਦਿੰਦਾ ਹੈ ਗਲਤੀ ਦੇ ਨਾਲ, ਉਹਨੂੰ ਪਤਾ ਨਹੀਂ ਹੈ। ਇੱਥੇ ਇਹੀ ਕਹਿੰਦੇ ਹਾਂ ਕਿ ਸ਼ੁਭ ਕਾਮਨਾ ਪੂਰੀ ਕਰੋ। ਬਸ ਕੀ ਸ਼ੁਭ ਕਾਮਨਾ ਹੈ ਇਹ ਗੁਰੂ ਜਾਣਦਾ ਹੈ, ਤੇ ਜਾਂ ਉਹ ਜਿਹਨੇ ਅਰਦਾਸ ਕਰਾਏ ਉਹ ਜਾਣਦਾ ਹੈ ਵੀ ਤੀਜਾ ਕਦੋਂ ਵਿੱਚ ਆਵੇ। ਸੋ ਆਪ ਵੀ ਥੋੜ੍ਹਾ ਜਿਹਾ ਇਹਨਾਂ ਗੱਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਗੁਰਸਿੱਖ ਨੂੰ ਆਪ ਕਰਨਾ ਚਾਹੀਦਾ ਸਭ ਕੁਛ। ਅਰਦਾਸ ਕਰੋ, ਕੋਈ ਜ਼ਰੂਰੀ ਨਹੀਂ ਕਿ ਤੁਸੀਂ ਉਹੀ ਅਰਦਾਸ ਕਰਨੀ ਹੈ ਜਿਹੜੀ ਸੰਗਤ ਹੁੰਦੀ ਹੈ। ਤੁਸੀਂ ਉੱਦਾਂ ਹੀ ਮਹਾਰਾਜ ਦੇ ਕੋਲ ਖੜ ਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਤਖ਼ਤ ਚੌਰ ਦੇ ਮਾਲਕ ਸਾਹਮਣੇ ਹਨ, ਸਿੱਧਾ ਉੱਦਾਂ ਹੀ ਗੱਲਾਂ ਕਰ ਲਓ ਮਹਾਰਾਜ ਨਾਲ ਖਲੋ ਕੇ। ਜੋ ਚਾਹੀਦਾ ਹੈ ਆਪ ਹੀ ਕਹਿ ਲਓ। ਹੁਣ ਜ਼ਰੂਰੀ ਵਿੱਚ ਕਿਸੇ ਦੇ ਕੋਲੋਂ ਕਹਾਉਣਾ ਹੈ। ਹੋ ਸਕਦਾ ਉਹ ਕਹਿੰਦੇ ਆ ਉਹਦੀ ਸੁਰਤੀ ਕਿਤੇ ਹੋਰ ਕਿਤੇ ਬੈਠੀ ਹੋਵੇ, ਘਰ ਹੀ ਤੁਰੀ ਫਿਰਦੀ ਹੋਵੇ, ਕੀ ਫਾਇਦਾ ਹੋਏਗਾ? ਜੇ ਉਹਦੀ ਇਕਾਗਰਤਾ ਨਹੀਂ ਹੈ ਤਾਂ ਤੁਹਾਨੂੰ ਕੀ ਮਿਲ ਜਾਏਗਾ? ਇਸ ਕਰਕੇ ਇਸ ਸਲੋਕ ਦੇ ਰਾਹੀਂ ਕਬੀਰ ਜੀ ਨੇ ਸਾਵਧਾਨ ਕੀਤਾ ਹੈ। ਕਬੀਰ ਕਾਰਨ ਵਪਰਾ ਕਿਆ ਕਰੈ, ਜੋ ਰਾਮ ਨਾ ਕਰੈ ਸਹਾਏ, ਜਿਹ ਜੇ ਗਾਲੀ ਭਗਤ ਰਹੁ ਸੋਈ ਮੁਰ ਮੁਰ ਜਾਏ। ਉਸੇ ਗੱਲ ਨੂੰ ਹੋਰ ਸਪਸ਼ਟ ਕਰ ਰਹੇ ਹਨ। ਕਹਿੰਦੇ ਗੁਰਬਾਣੀ ਦੇ ਵਿੱਚ ਨਾ ਵਾਰ-ਵਾਰ ਸੰਤਾਂ ਦੀ ਸੰਗਤ ਕਰਨ ਲਈ ਉਪਦੇਸ਼ ਦਿੱਤਾ ਹੈ। ਹੁਣ ਕਿਹੜਾ ਸੰਤ ਹੈ ਕਿਹੜਾ ਨਹੀਂ ਸੰਤ ਹੈ ਸਾਡੇ ਕੋਲ ਪਛਾਣ ਹੈ? ਸਾਧੂ ਦੀ ਮਹਿਮਾ ਨੂੰ ਸਾਧ ਹੀ ਜਾਣਦਾ ਹੈ, ਜਗਿਆਸੂ ਨੂੰ ਕੀ ਪਤਾ ਹੈ? ਮਹਾਰਾਜ ਨੇ ਕਿਹਾ ਸ਼ਾਇਦ ਕਿ ਸਾਰ ਸੁਹਾਗਣ ਜਾਣੇ। ਕੰਤ ਦੇ ਮਲਾਪ ਦਾ ਆਨੰਦ ਜਿਹੜਾ ਹੈ ਉਹ ਸੁਹਾਗਣ ਨੂੰ ਹੀ ਪਤਾ ਹੈ, ਦੂਜੀ ਨੂੰ ਕੀ ਪਤਾ ਹੈ?
ਇਸੇ ਤਰ੍ਹਾਂ ਹੀ ਰੱਬ ਦੇ ਪਿਆਰੇ ਜਿਹੜੇ ਹਨ, ਰੱਬ ਨਾਲ ਇੱਕਮਿਕ ਹੋਏ ਹਨ, ਉਹੀ ਜਾਣਦੇ ਹਨ, ਦੂਜੇ ਕੌਣ ਜਾਣਦੇ। ਇਸੇ ਕਰਕੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ, ਪਛਾਣ ਹੀ ਕੋਈ ਨਹੀਂ ਸਾਡੇ ਕੋਲ, ਇਸੇ ਕਰਕੇ ਫਸ ਜਾਂਦੇ ਹਨ। ਸੋ ਪਹਿਰਾਵਾ ਵੇਖ ਲਿਆ, ਬਾਹਰੋਂ ਅੱਖਾਂ ਮੀਟਦਾ ਵੇਖ ਲਿਆ, ਤੇ ਇਸੇ ਤੇ ਭਰਮ ਜਾਂਦੇ। ਸੋ ਲੋੜ ਕਿਸ ਗੱਲ ਦੀ ਹੈ? ਗੁਰੂ ਨਾਲ ਸੰਬੰਧ ਜੋੜੋ, ਗੁਰੂ ਦੀ ਸੰਗਤ ਜਾਓ। ਦਾਸ ਨੇ ਪਹਿਲਾਂ ਕਈ ਵਾਰੀ ਬੇਨਤੀ ਕੀਤੀ ਹੈ, ਤੁਸੀਂ ਸੰਗਤ ਜਾ ਕੇ ਬੈਠ ਜਾਓ। ਬਹਿ ਸਕਦੇ ਜੇ ਨਾ, ਬੈਠ ਸਕਦੇ ਜੇ ਨਾ। ਜਿੰਨਾ ਚਿਰ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ ਹੈ, ਇਸ ਸਮੇਂ ਦੇ ਦਰਮਿਆਨ ਕੇਵਲ ਇਸ ਪਾਸੇ ਧਿਆਨ ਰੱਖੋ। ਫਿਰ 5-7 ਮਿੰਟ ਹੋਰ ਬਹਿ ਜਾਓ। ਜੇ ਕੋਈ ਲੈਣਾ ਗੁਰੂ ਦੇ ਕੋਲੋਂ 5-10 ਮਿੰਟ ਤੇ ਕੁਰਬਾਨ ਕਰਨੇ ਪੈਣਗੇ ਨਾ। ਇਹ ਤਾਂ ਨਹੀਂ ਨਾ ਵੀ ਕੜਾਹ ਪ੍ਰਸ਼ਾਦ ਛਕਿਆ ਤੇ ਭੱਜੇ ਘਰ ਨੂੰ, ਤੇ ਜਾਂਦੇ ਜਾਂਦੇ ਇਹ ਵੀ ਕਹਿ ਦਿੱਤਾ ਵੀ ਬਾਬਾ ਜੀ ਆ ਇੱਦਾਂ ਨਹੀਂ। ਫਿਰ ਗੁਰੂ ਦੇ ਕੋਲ ਬੈਠ ਕੇ ਟਿਕਾ ਕੇ ਮਨ ਦੇ ਨਾਲ ਗੱਲਾਂ ਕਰੋ, ਮਨ ਦੇ ਨਾਲ ਗੱਲਾਂ ਕਰੋ ਗੁਰੂ ਨਾਲ। ਸੱਚੇ ਪਾਤਸ਼ਾਹ ਐਸ ਮੁਸ਼ਕਿਲ 'ਚ ਤੁਸੀਂ ਮੈਨੂੰ ਕੱਢੋ, ਕਿਰਪਾ ਕਰੋ, ਮੇਰਾ ਕਾਰਜ ਤੁਸੀਂ ਕਿਰਪਾ ਕਰਕੇ ਸਵਾਰੋ। ਕਿੰਨਾ ਸੌਖਾ ਮਹਾਰਾਜ ਨੇ ਸਾਨੂੰ ਬਣਾਤਾ ਹੈ। ਫਿਰ ਉਲਝੇ ਪਏ ਹਾਂ ਅਸੀਂ, ਉਹਨਾਂ ਹੀ ਗੱਲਾਂ 'ਚ ਉਲਝੇ ਪਏ ਹਾਂ ਜਿੰਨਾਂ ਗੱਲਾਂ 'ਚ ਕੱਢਿਆ ਸੀ। ਕਬੀਰ ਜੀ ਕਹਿੰਦੇ ਕਿ ਇਹ ਜਿਹੜੀ ਇਹ ਗੱਲ ਹੈ ਕਿ ਸਾਧੂ ਮਦਦ ਕਰੇਗਾ ਸਾਡੀ। ਜਿੰਨਾ ਚਿਰ ਰੱਬ ਨਹੀਂ ਮਿਹਰਬਾਨ ਹੁੰਦਾ, ਸਾਧੂ ਕੀ ਕਰ ਸਕਦਾ ਹੈ? ਜ਼ਰੂਰੀ ਹੈ ਗੁਰੂ ਦੀ ਕਿਰਪਾ, ਗੁਰ ਪ੍ਰਸਾਦ। ਜੇ ਗੁਰੂ ਦੀ ਕਿਰਪਾ ਨਾ ਹੋਵੇ, ਕਬੀਰ ਕਾਰਨ ਵਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ। ਪਰਮੇਸ਼ਰ ਦਾ ਗੁਰੂ ਜਿੰਨਾ ਚਿਰ ਉਹ ਰਹਿਮਤ ਨਹੀਂ ਕਰ ਰਿਹਾ। ਇਸੇ ਕਰਕੇ ਜਪਜੀ ਸਾਹਿਬ ਦੇ ਅਖੀਰ ਤੇ ਜਾ ਕੇ ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਹੋ ਗਿਆ। ਇਹ ਧਰਮ ਦੇ ਕਰਮ ਵੀ ਉਹੀ ਕਰ ਸਕਦਾ ਜਿੱਥੇ ਮਿਹਰ ਦੀ ਨਜ਼ਰ ਹੁੰਦੀ ਹੈ। ਮਿਹਰ ਦੀ ਨਜ਼ਰ ਹੋਏ ਤਾਂ ਅਸੀਂ ਗੁਰੂ ਦੇ ਦਰ ਤੇ ਆਉਂਦੇ ਹਾਂ, ਨਹੀਂ ਤੇ ਕਿੱਥੇ ਆ ਜਾਂਦਾ ਹੈ। ਕੋਈ ਨਾ ਕੋਈ ਬਹਾਨਾ ਬਣ ਜਾਂਦਾ ਹੈ, ਸਰੀਰ ਦਾ ਬਣ ਜਾਂਦਾ ਹੈ, ਪਰਿਵਾਰ ਦਾ ਬਣ ਜਾਂਦਾ ਹੈ। ਸੋ ਸਭ ਤੋਂ ਜ਼ਰੂਰੀ ਹੈ ਨਜ਼ਰ। ਪਰ ਟਿੱਕੇ ਬਹਿ ਜਾਓ ਸਾਰੇ ਜਣੇ, ਬੋਲਣਾ ਨਹੀਂ ਕਿਸੇ ਨੇ। ਸੋ ਜ਼ਰੂਰਤ ਕਾਹਦੀ ਹੈ? ਗੁਰੂ ਦੀ ਬਖਸ਼ਿਸ਼ ਦੀ। ਕਹਿੰਦੇ ਜੇ ਡਾਲੀ ਪੱਗ ਧਰੋ ਸੋਈ ਮੁਰ ਜਾਏ। ਪਰਮਾਤਮਾ ਜਿਹੜਾ ਹੈ ਨਾ, ਇਹ ਸਮਝੋ ਕਿਸੇ ਰੁੱਖ ਦੀ ਚੋਟੀ ਹੈ, ਸਿਰਾ ਉੱਥੇ ਪਹੁੰਚਣਾ ਹੈ। ਜੇ ਡਾਲੀਆਂ ਹੀ ਕਮਜ਼ੋਰ ਹੋਣਗੀਆਂ ਤੇ ਉਹਨਾਂ ਤੇ ਪੈਰ ਰੱਖ ਕੇ ਤਾਂ ਚੜ੍ਹਨ ਦਾ ਯਤਨ ਕਰੇਗਾ ਤਾਂ ਕਿਵੇਂ ਚੜ੍ਹ ਜਾਏਗਾ? ਤਾਂ ਜੇ ਡਾਲੀ ਪੱਗ ਧਰੋ ਸੋਈ ਮੁਰ ਜਾਏ। ਜਿਹੜੇ ਟਾਹਣੀ ਤੇ ਪੈਰ ਰੱਖਦਾ ਹਾਂ, ਉਹੀ ਥੱਲੇ ਨੂੰ ਝੁੱਕ ਕੇ ਟੁੱਟ ਜਾਂਦੀ ਹੈ, ਤਾਂ ਜਾਇਆ ਨਹੀਂ ਜਾਂਦਾ। ਇਹਦਾ ਮਤਲਬ ਕਿ ਜਿਹਦਾ ਮੈਂ ਆਸਰਾ ਲੈਣ ਦਾ ਯਤਨ ਕਰਦਾ, ਉਹ ਆਪ ਹੀ ਕਮਜ਼ੋਰ ਹੈ, ਕਮਜ਼ੋਰ ਟਾਹਣੀਆਂ ਵਾਂਗ ਹੈ। ਇਸ ਕਰਕੇ ਮਹਾਰਾਜ ਨੇ ਉਪਦੇਸ਼ ਇਹੀ ਦਿੱਤਾ ਹੈ ਕਿ ਜੇ ਗੁਰੂ ਦੇ ਲੜ ਵੀ ਲੱਗਣਾ ਤਾਂ ਪੂਰੇ ਗੁਰੂ ਦੇ ਲੜ ਲੱਗਿਓ। ਕਾਚੇ ਗੁਰ ਤੇ ਮੁਕਤ ਨਾ ਹੋਏ। ਕੱਚਾ ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਵੀ ਅੰਧਲੇ ਕਰਮ ਕਰੇ। ਜੇ ਗੁਰੂ ਹੀ ਅੰਨਾ ਹੋਵੇ ਤੇ ਸਿੱਖ ਨੇ ਵੀ ਹੋ ਜਾਏ, ਕੋਈ ਕਰਨਾ ਹੈ। ਸੋ ਪੂਰੇ ਗੁਰ ਕਾ ਸੁਣ ਉਪਦੇਸ਼, ਪੂਰੇ ਗੁਰੂ ਦੇ ਉਪਦੇਸ਼ ਨੂੰ ਸੁਣਿਆ ਕਰ। ਪੂਰਾ ਗੁਰੂ ਸਾਡੇ ਕੋਲ ਹੈ ਤੇ ਭਟਕਣ ਦੀ ਕੀ ਲੋੜ ਰਹੇ। ਸੋ ਸਭ ਤੋਂ ਜ਼ਰੂਰੀ ਹੈ ਪਰਮੇਸ਼ਰ ਦੀ ਕਿਰਪਾ, ਗੁਰੂ ਦੀ ਕਿਰਪਾ। ਕਬੀਰ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਕਾਕਾ ਖੇਤ। ਉਹੀ ਪ੍ਰਸੰਗ ਚੱਲ ਰਿਹਾ। ਪਹਿਲਾਂ ਉੱਤੇ ਆਇਆ ਸੀ ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹ। ਅੰਤਲੇ ਵੇਲੇ ਤੱਕ ਨਿਭ ਜਾਂਦੀ ਹੈ ਜੇ ਸੰਤਾਂ ਦੀ ਸੰਗਤ ਕਰੀਏ। ਹੁਣ ਕਿਹੜੇ ਸੰਤਾਂ ਦੀ ਸੰਗਤ ਕਰੀਏ, ਇਹ ਹੁਣ ਇੱਥੇ ਦੱਸ ਰਹੇ ਆ
ਕਿ ਵੇਖ ਲਓ ਆ ਸੰਸਾਰ 'ਚ ਇਹੋ ਜਿਹੇ ਵੀ ਜਿਹੜੇ ਆਪਣੇ ਆਪ ਨੂੰ ਸੰਤ ਅਖਵਾਉਂਦੇ ਹਨ, ਜਾਂ ਲੋਕੀ ਭੁਲੇਖੇ ਨਾਲ ਜਿਹਨਾਂ ਨੂੰ ਸੰਤ ਕਹਿੰਦੇ ਨੇ, ਇਹੋ ਜਿਹੇ ਵੀ ਦੁਨੀਆ 'ਚ ਤੁਰੇ ਫਿਰਦੇ ਜੀ। ਗੱਲ ਸਾਡੇ ਤੈ ਤੈ ਧੋਤੀਆਂ ਤੇਹਰੇ ਪਾਇਨ ਤੱਕ, ਗਲੀ ਜਨਾ ਜਪ ਮਾਲੀਆਂ ਲੁੱਟੇ ਹੱਥ ਨ ਪੱਗ। ਕੋਈ ਹੱਕ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਬਨਾਰਸੀ ਠੱਗ ਬਹੁਤ ਹਨ, ਭਰਮਾਉਣ ਵਾਲੇ, ਕਿਰਾਏ ਪਾਉਣ ਵਾਲੇ। ਇਹ ਅਜਿਹਿਆਂ ਤੋਂ ਬਚਣਾ ਕਿਵੇਂ ਹੈ? ਕੇਵਲ ਗੁਰੂ ਹੀ ਬਚਾ ਸਕਦਾ ਹੈ, ਗੁਰੂ ਦੀ ਬਾਣੀ ਹੀ ਬਚਾ ਸਕਦੀ ਸਾਨੂੰ। ਕਹਿੰਦੇ ਦੇਖੋ ਹਾਲਤ ਕੀ ਹੈ, ਦੂਜਿਆਂ ਨੂੰ ਉਪਦੇਸ਼ ਦਿੰਦੇ ਹਨ। ਭਾਈ ਮਾਇਆ ਜਿਹੜੀ ਹੈ ਬੜੀ ਮਾੜੀ ਹੈ ਜੀ, ਇਹ ਤਾਂ ਕੰਕ ਮਾਰੇ ਨਾਗਣੀ ਹੈ, ਆਪ ਰਾਤ ਨਹੀਂ ਮਾਇਆ 'ਚ ਫਸੇ। ਤੈਨੂੰ ਨਹੀਂ ਕੰਕ ਮਾਰਦੀ, ਤੈਨੂੰ ਆਪ ਨੂੰ ਤੇ ਬਚ ਕੇ ਰਹਿ। ਭਾਈ ਪਰਿਵਾਰਕ ਮੋਹ ਬੜਾ ਮਾੜਾ ਜਿਹਾ, ਬਹੁਤ ਹੀ ਮਾੜਾ ਹੈ, ਜਿਹੜਾ ਫਸ ਜਾਂਦਾ ਨਿਕਲ ਨਹੀਂ ਸਕਦਾ। ਤੇ ਤੂੰ ਕਿਉਂ ਨਹੀਂ ਛੱਡਦਾ ਪਰਿਵਾਰਕ ਮੋਹ? ਤੂੰ ਹੀ ਆਪਣੀ ਸੁਰਤੀ ਉੱਚੀ ਕਰਨਾ। ਤੂੰ ਕਿ ਦਲਿੱਦਰ ਪਾ ਕੇ ਬੈਠਾ ਘਰ ਦੇ ਵਿੱਚ। ਕਹਿੰਦੇ ਕਿ ਹਾਲਤ ਇਹ ਹੈ, ਹੁੰਦਾ ਕੀ ਹੈ, ਜਦੋਂ ਅਜਿਹੇ ਉਪਦੇਸ਼ਕ ਅਵਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਦੂਜਿਆਂ ਨੂੰ ਤਾਂ ਉਪਦੇਸ਼ ਦਿੰਦੇ ਨਾ, ਆਪ ਉੱਤੇ ਚੱਲਦੇ ਨਹੀਂ ਹਨ। ਉਹ ਆਪ ਹੀ ਜੰਮਣ ਮਰਨ 'ਚ ਪੈ ਰਹਿੰਦੇ ਹਨ, ਦੂਜਿਆਂ ਨੂੰ ਕੀ ਸੁਧਾਰਨਗੇ। ਇਸ ਕਰਕੇ ਮਹਾਰਾਜ ਨੇ ਕਿਹਾ ਦੂਜੇ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਆਪ ਕਾਇਮ ਹੋ। ਪ੍ਰਥਮੇ ਮਨ ਪ੍ਰਬੋਧੈ ਆਪਣਾ ਪਾਸ਼ੇ ਅਵਰ ਜਾ। ਪਹਿਲਾਂ ਆਪਣੇ ਮਨ ਨੂੰ ਸਮਝਾ ਲਾ, ਇਹ ਫਿਰ ਦੂਜੇ ਦੇ ਨਾਲ ਗੱਲ ਕਰ। ਫਿਰ ਉਹਨੂੰ ਕਹਿ ਹੁੰਦਾ ਕੀ ਹੈ, ਭਾਈ ਤੁਸੀਂ ਬਾਜੋ, ਤੁਸੀਂ ਬਾਜੋ, ਤੁਸੀਂ ਬਾਜੋ, ਤੁਸੀਂ ਇੰਝ ਕਰ, ਤੁਸੀਂ ਅੰਮ੍ਰਿਤ ਉੱਠਿਆ ਕਰੋ, ਤੁਸੀਂ ਨਿਤਨੇਮ ਕਰਿਆ ਕਰੋ। ਉਪਦੇਸ਼ ਦੂਜਿਆਂ ਨੂੰ ਤਾਂ ਦੇ ਦਿੱਤਾ, ਆਪ ਦਾ ਕੀ ਹਾਲ ਹੈ? ਆਪ ਵੀ ਤੇ ਉੱਠਣਾ ਸਵੇਰੇ ਅੰਮ੍ਰਿਤ, ਤੂੰ ਵੀ ਤਾਂ ਉੱਠਣਾ, ਤੇਰੇ ਵਾਸਤੇ ਵੀ ਲਾਗੂ ਹੁੰਦੀ ਗੱਲ। ਤੂੰ ਵੀ ਨਿਤਨੇਮ 'ਚ ਪਰਪੱਕ ਹੋ ਨਾ। ਦੂਜਿਆਂ ਨੂੰ ਕਹਿਣਾ ਹੈ ਬਹਿ ਕੇ ਸੁਣ, ਤੂੰ ਵੀ ਤਾਂ ਬੈਠ ਕੇ ਸੁਣਨਾ ਸੰਗਤ ਦੇ ਵਿੱਚ। ਸੋ ਅਜਿਹੇ ਲੋਕ ਜਿਹੜੇ ਸੰਸਾਰ 'ਚ ਆਮ ਮਿਲ ਜਾਂਦੇ, ਕਹਿੰਦੇ ਦੂਜਿਆਂ ਦੀ ਤਾਂ ਖੇਤੀ ਦੀ ਰਾਖੀ ਕਰਦੇ ਹਨ। ਭਾਈ ਤੁਸੀਂ ਬਾਜਿਓ, ਤੁਸੀਂ ਬਾਜਿਓ, ਖਾਇਆ ਘਰ ਖੇਤ, ਆਪਣਾ ਘਰ ਦਾ ਖੇਤ ਉੱਜੜ ਜਾਂਦਾ। ਬਹੁਤ ਮੰਦੀ ਹਾਲਤ ਹੈ। ਉਪਦੇਸ਼ਕ ਬਣਨਾ ਬੜਾ ਔਖਾ ਹੈ, ਸਭ ਤੋਂ ਔਖਾ ਕੰਮ ਇਹ ਹੈ। ਇਹਨੂੰ ਮਹਾਰਾਜ ਖਾਨੇ ਨੂੰ ਤਿੱਖੀ ਵਾਲੋਂ ਨੇ ਕੀ ਕਿਹਾ, ਸਿੱਖ ਬਣਨਾ ਬੜਾ ਔਖਾ ਹੈ। ਤੇ ਸੰਤ ਤਾਂ ਬਹੁਤ ਦੂਰ ਦੀ ਗੱਲ ਹੈ, ਸਿੱਖ ਬਣਨਾ ਹੀ ਬੜਾ ਔਖਾ ਹੈ। ਗੁਰਸਿੱਖੀ ਬਰੀਕ ਹੈ ਖੰਡੇ ਧਾਰ ਗਲੀਅਤ ਭੀੜੀ, ਉੱਥੇ ਟਿਕੇ ਨਾ ਭੁਣਨਾ ਚੱਲ ਨਾ ਸਕੇ ਉੱਪਰ ਕੀੜੀ। ਵਾਲੋਂ ਨੇ ਕੀ ਆਖੇ ਤੇਲ ਤਿਲੋਂ ਲੈ ਖੋਲੂ ਪੀੜੀ। ਬਹੁਤ ਬਰੀਕ ਧਾਰ ਹੈ ਜਿਹਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ ਗੁਰਸਿੱਖ ਨੂੰ, ਬੜਾ ਔਖਾ ਕੰਮ ਹੈ। ਸੋ ਇਸ ਕਰਕੇ ਕਬੀਰ ਜੀ ਕਹਿੰਦੇ ਕਿ ਦੂਜਿਆਂ ਨੂੰ ਉਪਦੇਸ਼ ਦੇਣ ਵਾਲੇ ਦੂਜਿਆਂ ਦੇ ਘਰ ਦੀ ਰਾਖੀ ਤਾਂ ਕਰ ਲੈਂਦੇ ਹਨ, ਪਰ ਆਪਣੇ ਮੂੰਹ ਦੇ ਵਿੱਚ ਰੇਤ ਹੀ ਪੈਂਦੀ ਹੈ। ਰੇਤ ਦਾ ਮਤਲਬ ਆਪਣੇ ਪੱਲੇ ਕੁਛ ਨਹੀਂ ਹੈ, ਆਪਣਾ ਆਪ ਨਹੀਂ ਸੁਧਾਰਿਆ, ਆਪ ਨਹੀਂ ਆਪਣੇ ਆਪ ਨੂੰ ਵਸ ਦੇ ਵਿੱਚ ਕੀਤਾ, ਆਪਣੇ ਪਰਿਵਾਰ ਵਾਲਾ ਆਪ ਨਹੀਂ ਧਿਆਨ ਦਿੱਤਾ। ਚਾਹੀਦਾ ਤਾਂ ਇਹ ਸੀ ਨਾ, ਕੋਈ ਪਹਿਲਾਂ ਘਰ ਤੋਂ ਸ਼ੁਰੂ ਕਰਦਾ, ਜਿਹੜਾ ਪ੍ਰਚਾਰ ਕਰਨਾ ਘਰ ਤੋਂ ਸ਼ੁਰੂ ਕਰਦਾ, ਫਿਰ ਅੱਗੇ ਜਾ ਕੇ ਸਮਝਾਉਂਦਾ। ਪਰ ਨਹੀਂ, ਉਹ ਬਾਬਾ ਬਣਨਾ, ਸਾਧੂ ਬਣਨਾ, ਸੰਤ ਬਣ ਜਾਣਾ, ਇਹ ਮਨ 'ਚ ਹੀ ਆਹ ਗੱਲ ਰੱਖ ਲਈ ਕਿ ਚਲੋ ਹੁਣ ਆਹ ਕੰਮ ਕਰੀਏ, ਬੜਾ ਸੌਖਾ ਕੰਮ ਹੈ, ਇਹ ਵਧੀਆ ਬਿਜ਼ਨਸ ਹੈ। ਕਬੀਰ ਸਾਧੂ ਕੀ ਸੰਗਤ ਰਹੋ, ਜਉ ਕੀ ਭੂਸੀ ਖਾਓ, ਹੋਣਹਾਰ ਸੋ ਹੋਏ ਹੈ ਸਾਖਰ ਸੰਗ। ਇਹਦਾ ਮਤਲਬ ਇਹ ਨਹੀਂ ਕਿ ਬਿਲਕੁਲ ਹੀ ਮਹਾਰਾਜ ਨੇ ਖੰਡਨ ਕਰਦਾ ਕਿ ਰੱਬ ਦੇ ਕੋਈ ਪਿਆਰਾ ਹੈ ਹੀ ਨਹੀਂ ਹੈ, ਤੇ ਐਵੇਂ ਤੁਸੀਂ ਸਾਰੇ ਹੀ ਭਰਮ ਜੋ। ਜਿੱਦਾਂ ਇੱਕ ਸਾਡੇ ਵਿੱਚ ਇੱਕ ਨਵੀਂ ਜਮਾਤ ਚੱਲੀ ਹੈ,
ਕਹਿੰਦੇ ਨਹੀਂ ਨਹੀਂ ਨਹੀਂ, ਸਾਧੂ ਤਾਂ ਹੈ ਹੀ ਕੋਈ ਨਹੀਂ, ਸੰਤ ਹੈ ਹੀ ਕੋਈ ਨਹੀਂ, ਇਹ ਤਾਂ ਕੇਵਲ ਗੁਰੂ ਹੀ ਗੁਰੂ ਹੈ, ਹੋਰ ਕੋਈ ਹੈ ਹੀ ਨਹੀਂ ਹੈ। ਉਹਨਾਂ ਦਾ ਪ੍ਰਚਾਰ ਹੀ ਹੋ ਰਿਹਾ ਹੁਣ, ਬੜੀ ਜ਼ੋਰ ਨਾਲ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਤੇ। ਹੁਣ ਇੱਥੇ ਆ ਗੱਲ ਫਿਰ ਸਪਸ਼ਟ ਕਰਦੇ ਕਿ ਨਹੀਂ, ਜੇ ਮਹਾਰਾਜ ਨੇ ਕਿਹਾ ਹੈ ਨਾ, ਸਾਧ ਕੇ ਸੰਗ ਮੁਖ ਉਜਲ ਹੋਰ, ਸਾਧ ਸੰਗ ਮਲ ਸੜੀ ਕੋਲ, ਸਾਧ ਕੇ ਸੰਗ ਮਿਟੇ ਮਾਨ, ਸਾਧ ਕੇ ਸੰਗ ਪਰਖ ਕੈ ਸੋ ਗਿਆਨ, ਇਹਦਾ ਮਤਲਬ ਇਹ ਵੀ ਹੈ ਕੋਈ ਗੱਲ। ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟ ਹੋਤ ਨਿਹਾਲ, ਸਾਧ ਕੇ ਸੰਗ ਕਲੂਖਤ ਹਰੈ। ਸੋ ਜੇ ਇਹ ਮਹਾਰਾਜ ਨੇ ਗੱਲ ਕਹੀ ਤੇ ਇਹਦਾ ਮਤਲਬ ਹੈ ਇਹ ਨਹੀਂ ਹੈ, ਨਹੀਂ ਹੈ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਹੁਣ ਸੰਤਨ ਕਿਹੜੇ ਹਨ? ਸੰਤਨ ਬਹੁਵਚਨ ਸ਼ਬਦ ਹੈ, ਇੱਕ ਗੁਰੂ ਵਾਸਤੇ ਇੱਕ ਵਚਨ ਸ਼ਬਦ ਹੋਣਾ ਚਾਹੀਦਾ ਹੈ, ਜੇ ਇੱਕ ਸੰਤਨ ਦਾ ਹੈ। ਸੋ ਇਹਦਾ ਮਤਲਬ ਵੀ ਸਤ ਹੈ, ਸੰਤ ਹਨ। ਹੁਣ ਜਿੱਥੇ ਆਪਾਂ ਬੈਠੇ ਹਾਂ, ਇਹ ਦੇਖੋ ਇਹੋ ਜਿਹੇ ਮਹਾਂਪੁਰਸ਼ਾਂ ਦਾ ਸਥਾਨ ਹੈ। ਆਮ ਤੌਰ 'ਤੇ ਪੀਰਾਂ ਫਕੀਰਾਂ ਦੀਆਂ ਕਬਰਾਂ ਜਾਂ ਸਾਧੂਆਂ ਦੀਆਂ ਜਿਹੜੀਆਂ ਹਨ ਸਮਾਧਾਂ ਬਣੀਆਂ ਹੁੰਦੀਆਂ ਸੰਸਾਰ 'ਚ। ਤੁਸੀਂ ਵੇਖੋ, ਤੁਸੀਂ ਕਿਤੇ ਕਿਤੇ ਕੋਈ ਵਿਰਲਾ ਹੈ ਪਰਮਾਤਮਾ ਦਾ ਪਿਆਰਾ, ਜਿੱਥੇ ਉਹਦੇ ਮਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਵੇ, ਉਹ ਆਪਣੇ ਸਾਹਮਣੇ। ਇਹਨਾਂ ਨੇ ਵੱਡੀਆਂ ਕਮਾਈਆਂ ਕੀਤੀਆਂ, ਬਹੁਤ ਵੱਡੀਆਂ ਕਮਾਈਆਂ, ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਰੇ ਨਾਲ ਕੀਤੀਆਂ, ਗੁਰਬਾਣੀ ਦੇ ਆਸਰੇ ਨਾਲ ਕੀਤੀਆਂ। ਇਹ ਤਾਂ ਨਾਂ ਹੈ ਦੁਨੀਆ ਦੇ ਵਿੱਚ, ਨਹੀਂ ਤਾਂ ਇਸੇ ਤਰ੍ਹਾਂ ਹੀ ਗੱਲ ਹੋਰ ਵੀ ਬਥੇਰੇ ਹਨ ਮਹਾਂਪੁਰਸ਼ ਹੈ ਜਿਹੜੇ ਜਗਤ ਤਾਰ ਰਹੇ ਹਨ। ਕਹਿੰਦੇ ਜੇ ਕਿਤੇ ਕੋਈ ਗੁਰੂ ਦੀ ਕਿਰਪਾ ਨਾਲ ਅਜਿਹਾ ਰੱਬ ਦਾ ਪਿਆਰਾ ਮਿਲ ਜਾਵੇ, ਕਬੀਰ ਸਾਧੂ ਕੀ ਸੰਗਤ ਰਹੋ, ਜੌਂ ਕੀ ਭੂਸੀ ਖਾਓ। ਭਾਵੇਂ ਮੈਨੂੰ ਜੌਆਂ ਦੇ ਛਿਲਕੇ ਵੀ ਨਾ ਖਾਣੇ ਪੈਣ, ਭਾਵ ਗਰੀਬੀ 'ਚ ਦਿਨ ਕਿਉਂ ਨਾ ਕੱਟਣੇ ਪੈਣ, ਤੇ ਮੈਂ ਸੰਗਤ ਜ਼ਰੂਰ ਕਰਾਂਗਾ। ਹੁਣ ਹਾਦਸ ਹੋਇਆ ਸਖਤ ਸੰਗਤ ਜਾਵਾਂ, ਭਾਵੇਂ ਕਿੰਨਾ ਵੀ ਨੁਕਸਾਨ ਜਾਵੇ, ਮੈਂ ਕਿਸੇ ਸਖਤ ਦੀ ਸੰਗਤ 'ਚ ਨਹੀਂ ਜਾਣਾ। ਵੀ ਮਤਲਬ ਸੰਗਤ ਕਰਨੀ ਹੈ ਤਾਂ ਜਿਹੜਾ ਕਬੀਰ ਜੀ ਨੇ ਕਿਹਾ, ਕਬੀਰ ਸੰਗਤ ਕਰ ਗਿਆ ਸਾਧ ਕੀ, ਅੰਤ ਕਰੇ ਨਿਰਵਾਹ, ਸਖਤ ਸੰਗ ਨਾ ਕੀਜੀਏ ਜਾਂਦੇ ਹੋਏ ਬਣਾ। ਸਖਤ ਵੱਲ ਜਾਵਾਂਗਾ ਤਾਂ ਸਭ ਕੁਝ ਖਤਮ ਹੋ ਜਾਏਗਾ। ਇਸ ਕਰਕੇ ਜਿੱਥੇ ਪਖੰਡ ਦਾ ਖੰਡਨ ਕੀਤਾ ਹੈ, ਉੱਥੇ ਨਾਲ ਨਾਲ ਹੀ ਇਹ ਵੀ ਹੈ ਕਿ ਰੱਬ ਦੇ ਪਿਆਰੇ ਜਿਹੜੇ ਹਨ ਉਹਨਾਂ ਦੀ ਸੰਗਤ ਕਰਦਾ ਲਾਹਾ ਵੀ ਹੈ। ਕਬੀਰ ਸੰਗਤ ਸੇਤ, ਸਖਤਕਾਰੀ ਕਾਮਰੀ, ਹੋਏ ਹੋਏ ਨਾ ਸੇ। ਸੰਤਾਂ ਦੀ ਸੰਗਤ ਜਿਹੜੀ ਹੈ ਨਾ, ਕੈਪਟਨ ਸਾਹਿਬ ਜੀ ਇਹਨੂੰ ਬੰਦ ਕਰਕੇ ਆਇਆ ਕਰੋ ਬਾਹਰ, ਸਾਇਲੈਂਟ ਤੇ ਲਾ ਕੇ, ਥੋੜਾ ਖਿਆਲ ਕਰੋ। ਅਸੀਂ ਬਾਹਰ ਲਿਖ ਕੇ ਲਾਇਆ ਹੋਇਆ, ਰੋਜ਼ ਵੱਜ ਜਾਂਦਾ। ਸਾਰੀ ਸੰਗਤ ਨੂੰ ਵੀ ਬੇਨਤੀ ਹੈ ਕਿ ਮੋਬਾਈਲ ਜੇ ਲਿਆਉਂਦੇ ਹੋ ਤਾਂ ਸਾਇਲੈਂਟ ਦੇ ਉੱਤੇ ਲਿਆ, ਤਾਂ ਕਿ ਦੂਜੇ ਜਿਹੜੇ ਹਨ ਉਹ ਡਿਸਟਰਬ ਨਾ ਹੋਣ। ਵੈਸੇ ਵੀ ਆਪਾਂ ਕਹਿ ਦਈਏ ਨਾ ਘਰ ਥੋੜ੍ਹਾ ਵੀ ਤੁਸੀਂ ਭਾਈ ਇੰਨਾ ਚਿਰ ਨਾ ਹੀ ਫੋਨ ਕਰਿਓ, ਚੰਗਾ ਹੈ, ਫਿਰ ਜ਼ਿਆਦਾ ਆਨੰਦ ਆਉਂਦਾ ਹੈ। ਵਾਹਿਗੁਰੂ ਕਹਿੰਦੇ ਰੱਬ ਦੇ ਪਿਆਰਿਆਂ ਦੀ ਸੰਗਤ ਜੇ ਮਿਲ ਜਾਵੇ ਤਾਂ ਦਿਨੋਂ ਦਿਨ ਦੂਣਾ ਚਾਅ ਚੜ੍ਹਦਾ ਹੈ, ਦੂਣਾ ਰੰਗ ਚੜ੍ਹਦਾ ਹੈ, ਹੋਰ ਉਤਸ਼ਾਹ ਮਿਲਦਾ ਹੈ। ਬਸ ਪਛਾਣ ਕੀ ਹੈ? ਦੇਖੋ, ਜਿਸ ਗੁਰਸਿੱਖ ਦੀ ਸੰਗਤ ਕਰਨ ਦੇ ਨਾਲ ਸਾਡਾ ਅੰਮ੍ਰਿਤ ਵੇਲਾ ਸੰਭਾਲਿਆ ਜਾਵੇ, ਸਾਡਾ ਨਿਤਨੇਮ ਜਿਹੜਾ ਹੈ ਉਹ ਪਰਪੱਕ ਹੋ ਜੀ ਉਸ ਦੇ ਵਿੱਚ, ਸਾਡਾ ਚਾਅ ਹੋਵੇ ਕਿ ਭੱਜ ਕੇ ਚੱਲੀਏ ਸੰਗਤ ਦੇ ਵਿੱਚ, ਤਾਂ ਸਮਝ ਲਓ ਕਿ ਇਸ ਗੁਰਸਿੱਖ ਦੀ ਸੰਗਤ ਕਰਨ ਦਾ ਸਾਨੂੰ ਲਾਭ ਹੈ। ਜੇ ਕੋਈ ਫਰਕ ਨਾ ਪਵੇ ਫਿਰ ਸਮਝੋ ਕਿ ਬਹੁਤਾ ਲਾਭ ਨਹੀਂ ਹੈ। ਬਸ ਪਛਾਣ ਹੀ ਸੌਖਾ ਕੰਮ। ਜੇ ਸੰਸਾਰੀ ਦੁਨਿਆਵੀ ਗੱਲਾਂ ਵੱਲ ਨਾ ਦੇਖੋ ਕਿ ਇਹਦੀ ਸੰਗਤ ਕਰਨ ਨਾਲ ਮੈਨੂੰ ਆਹ ਫਾਇਦਾ ਆ ਜੂ, ਆਹ ਫਾਇਦਾ, ਦੁਨਿਆਵੀ ਗੱਲਾਂ ਨਾ ਦੇਖੋ। ਆਪਣੇ ਇਸ ਆਤਮਿਕ ਜੀਵਨ ਨੂੰ ਵੇਖੋ ਕਿ ਇਸ ਪਾਸੇ ਸਾਡੇ ਕੋਈ ਫਰਕ ਪੈਂਦਾ ਹੈ ਕਿ ਨਹੀਂ। ਜੇ ਪੈਂਦਾ ਹੈ ਤਾਂ ਫਿਰ ਸੰਗਤ ਕਰਨ ਦਾ ਲਾਹਾ ਹੈ। ਫਿਰ ਤਾਂ ਇਹ ਵੀ ਵੇਖੋ ਇੱਥੇ ਸਮਝਾਤਾ ਕਬੀਰ ਜੀ ਨੇ ਕਿ ਭਾਵੇਂ ਮੈਨੂੰ
ਕਿੰਨੇ ਵੀ ਔਖੇ ਦਿਨ ਕੱਟਣੇ ਕਿਉਂ ਨਾ ਪੈਣ, ਤਾਂ ਵੀ ਮੈਂ ਸਾਖਤਾਂ ਦੀ ਸੰਗਤ 'ਚ ਨਹੀਂ ਜਾਵਾਂਗਾ, ਮੈਂ ਤਾਂ ਗੁਰਮੁਖਾਂ ਦੀ ਸੰਗਤ 'ਚ ਰਹਾਂਗਾ। ਕਹਿੰਦੇ ਸਾਖਤ ਦੀ ਹਾਲਤ ਕੀ ਹੈ? ਜਿਵੇਂ ਕਾਲੀ ਕੰਬੜੀ ਹੋਵੇ ਨਾ, ਸਾਖਤ ਕਾਲੀ ਕਾਮਰੀ ਧੋਏ ਹੋਏ ਨਾ ਸਿਰ। ਕਾਲੀ ਕੰਬੜੀ ਧੋਈ ਜਾਓ, ਚਿੱਟੀ ਨਹੀਂ ਹੁੰਦੀ ਕਦੀ ਵੀ, ਜਿੰਨਾ ਮਰਜ਼ੀ ਉਸ ਨੂੰ ਧੋ ਲਓ। ਇਹਦਾ ਸਾਖਤ ਬੰਦਾ ਜਿਹੜਾ ਹੈ ਨਾ, ਜਿਹਦਾ ਸੁਭਾਅ ਹੀ ਇਹੋ ਜਿਹਾ ਹੈ, ਰੱਬ ਤੋਂ ਟੁੱਟਿਆ ਹੋਇਆ ਇਨਸਾਨ, ਉਹ ਕਦੇ ਵੀ ਧਰਮੀ ਨਹੀਂ ਹੋ ਸਕਦਾ। ਜੇ ਬਾਹਰੀ ਤੌਰ ਤੇ ਕਿਹਾ ਹਾਂ ਜੀ ਮੈਂ ਤਾਂ ਮਨ ਵਿੱਚ ਧਰਮ ਨੂੰ ਧਾਰਨ ਕੀਤਾ ਹੈ, ਮੈਂ ਤਾਂ ਮੇਰਾ ਮਨ ਬੜਾ ਪਵਿੱਤਰ, ਤੇਰਾ ਮਨ ਪਵਿੱਤਰ, ਤੈਨੂੰ ਕੀ ਪਤਾ ਪਵਿੱਤਰ ਹੈ ਕਿ ਨਹੀਂ ਪਵਿੱਤਰ ਹੈ। ਆਮ ਤੌਰ 'ਤੇ ਅਜਿਹੀ ਗੱਲ ਕਰਦੇ ਹਾਂ। ਸੋ ਸਤਿਗੁਰੂ ਜੀ ਕਿਰਪਾ ਕਰਨ, ਜੋ ਇਹਨਾਂ ਸਲੋਕਾਂ ਦੇ ਰਾਹੀਂ ਸਾਨੂੰ ਕਬੀਰ ਜੀ ਨੇ ਬਖਸ਼ਿਸ਼ ਕੀਤਾ ਹੈ। ਸਾਵਧਾਨ ਰਹਿਣਾ ਹੈ, ਗੁਰੂ ਦਾ ਸ਼ਬਦ ਸਾਡੇ ਕੋਲ ਹੈ, ਬਾਣੀ ਪੜ੍ਹਦੇ ਰਹੀਏ, ਸੁਣਦੇ ਰਹੀਏ, ਇਹ ਗੁਰੂ ਦੀ ਸੰਗਤ 'ਚ ਹਾਜ਼ਰ ਰਹੀਏ, ਸਾਨੂੰ ਬਹੁਤ ਸਾਰਾ ਗਿਆਨ ਹੋ ਜਾਂਦਾ ਹੈ। ਗਿਆਨ ਸੰਗਤ 'ਚੋਂ ਅਨਪੜ੍ਹ ਵੀ ਗਿਆਨੀ ਬਣ ਜਾਂਦੇ ਹਨ। ਅੱਜ ਹੁਕਮਨਾਮਾ ਹੈ, ਪਿੰਗਲ ਪਰਬਤ ਪਾਰ ਪਰੇ ਮੁਖ ਚਦਰ ਕੀਤਾ। ਜਿਹੜੇ ਅਨਪੜ੍ਹ ਬੰਦੇ ਹਨ ਉਹ ਵੀ ਸਿਆਣੇ ਬਣ ਜਾਂਦੇ ਹਨ ਸੰਗਤ 'ਚ ਆਉਣ ਵਾਲੇ, ਘਰ ਬੈਠਿਆਂ ਨਹੀਂ। ਸੋ ਸਤਿਗੁਰੂ ਜੀ ਕਿਰਪਾ ਕਰਨ, ਜੋ ਪਾਵਨ ਉਪਦੇਸ਼ ਆਪਾਂ ਸਾਨੂੰ ਦਿੱਤਾ ਹੈ ਸਾਡੇ ਹਿਰਦਿਆਂ ਦੇ ਪਾਸੇ, ਉਹ ਲਾ ਚੁੱਕਾ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।